शीश कट्टिया मर नहीं सकते, बिना शीश तो लड़ना जानते हैं। भूल ही धुआं तो डरने वाले बाग पतंगे दे सरना चलते हक अपने लोग हुण बैठे आ ना, इदां खाली नहीं आउंदे, ये मरन जीण आपदा उत्थे गए होए आ सारा कुछ। जे साडी पैली च बगाना पैर पै गया दिल्लीए नहीं असीं वटांगे, पैली च बगाना कोई पै गया दिल्लीए नहीं असीं वटांगे। किसे दे प्यो दी नहीं जगीर वट्टा साडियां, आशकी असीं ते साडी हीर वट्टा साडियां। बच ले जे बच हुंदा शेर दहाड़दे फिरदे ने, हक लैण लई सड़कां ते जो नितरे चिरदे ने, गोडियां हेठों कन्नां नूं हथ लाएगी दिलिए, लगदा तूं इतिहास नूं फिर दोहराएगी दिलिए। किसे दे प्यो दी नहीं जगीर वट्टा साडियां, आशकी असीं ते साडी हीर वट्टा साडियां। हुण पानी सिरां उपरों दी वह गया दिलिए, चाहे सानू साल 2 साल 4 साल बहना पवे, जिन्ना चिर सरकार आ रद्द करा के आवांगे उदां असीं मुड़दे नहीं, उदां असीं आगे भी मरना वा, उत्थों मर के ही आवांगे। खेतां च बगाना कोई बह गया दिल्लीए नहीं असीं वटांगे। कि जद भी देश कौम नूं खून दी लोड़ पै गई ते हामी हस के भरी, रचिया किते भी स्वंबर च विद माता ते लाड़ी मौत भी वरी। और जेकर खून दी नदी विच तांग आ गई ते छाल मार के तरी, चौही पासियां तो जेकर चली गोली ते पहला हिक ते जरी। जे साडी पैली च बगाना पैर पै गया दिल्लीए नहीं असीं वटांगे, खेतां च बगाना कोई बह गया दिल्लीए नहीं असीं वटांगे। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਬਰਿੰਦਰ ਤੇ ਤੁਸੀਂ ਦੇਖ ਰਹੇ ਹੋ ਕਪੂਰਥਲਾ ਨਿਊਜ਼। ਇਸ ਟਾਈਮ ਆਏ ਜੀ ਕਪੂਰਥਲਾ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਕ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਸੈਂਟਰ ਸਰਕਾਰ ਦੇ ਵਿਰੁੱਧ। ਆਓ ਗੱਲਬਾਤ ਕਰਦੇ ਹਾਂ, ਆਖਰ ਕੀ ਕਾਰਨ ਹੈ ਜੋ ਹੁਣ ਤੱਕ ਇੰਨੇ ਰੋਸ ਪ੍ਰਦਰਸ਼ਨ ਕਰਨ ਦੇ ਬਾਵਜੂਦ ਵੀ ਜਿਹੜੇ ਬਿੱਲ ਨੇ ਉਹ ਹਾਲੇ ਤੱਕ ਰੱਦ ਨਹੀਂ ਹੋ ਸਕੇ। ਆਓ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਰ ਕੀ ਨਾਮ ਤੁਹਾਡਾ? ਮੇਰਾ ਨਾਮ ਹਰਪ੍ਰੀਤ ਮਿੱਠਾ। ਹਰਪ੍ਰੀਤ ਜੀ, ਇੰਨੀ ਦੇਰ ਹੋ ਗਈ ਕਿਸਾਨ ਦਿੱਲੀ ਬਾਰਡਰ ਤੇ 8-9 ਮਹੀਨੇ ਦੇ ਉੱਥੇ ਬੈਠੇ ਨੇ, ਮੀਂਹ ਹਨੇਰੀ ਦਿਨ ਰਾਤ ਠੰਡ ਗਰਮੀ ਕਿਸਾਨ ਉੱਥੇ ਚੱਲ ਰਹੇ ਨੇ, ਕਿੰਨਾ ਕੁ ਲੰਬਾ ਸੰਘਰਸ਼ ਚੱਲੇਗਾ ਹਾਲੇ? ਸੰਘਰਸ਼ ਦੇਖੋ ਜੀ, ਇਹੋ ਜਿਹੜੇ ਹਿਸਾਬ ਨਾਲ ਜੇ ਗੱਲ ਕਰੀਏ, ਜਿੰਨਾ ਚਿਰ ਸਰਕਾਰ ਨਹੀਂ ਮੰਨਦੀ ਉਹਨਾਂ ਚਿਰ ਚੱਲੀ ਜਾਣਾ, ਚਾਹੇ ਸਰਕਾਰ ਸਾਲ ਲਾ ਦੇਵੇ ਚਾਹੇ ਸਰਕਾਰ 2 ਸਾਲ ਲਾ ਦੇਵੇ। ਇਹ ਜਿਹੜੇ ਲੋਕ ਹੁਣ ਬੈਠੇ ਆ ਨਾ, ਇਹ ਇਦਾਂ ਖਾਲੀ ਨਹੀਂ ਆਉਂਦੇ, ਇਹ ਮਰਨ ਜੀਣ ਆਪਦਾ ਉੱਥੇ ਗਏ ਹੋਏ ਆ ਸਾਰਾ ਕੁਝ। ਜੇ ਖਾਲੀ ਆ ਗਏ ਆ ਇਹ ਮਰਦੇ ਆ, ਤੇ ਜੇ ਅਸੀਂ ਉੱਥੋਂ ਜਿੱਤ ਕੇ ਆਏ ਆ ਤੇ ਸਾਡਾ ਗਾਂ ਆਉਣ ਵਾਲਾ ਭਵਿੱਖ ਵੀ ਤੇ ਸਾਡੇ ਬੱਚਿਆਂ ਦੀ ਜਿਹੜੀ ਗਾਂ ਆਉਣ ਵਾਲੀਆਂ ਨਸਲਾਂ ਦਾ ਵੀ ਸਾਰੀ ਅਸੀਂ ਸੇਵ ਕਰ ਸਕਦੇ ਆ। ਨਹੀਂ ਤਾਂ ਬਹੁਤ ਨੁਕਸਾਨ ਹੋਣਗੇ ਭਾਜੀ ਇਸ ਬਿੱਲਾਂ ਦੇ। ਇਹਦੇ ਨਾਲ ਕੱਲਾ ਕਿਸਾਨ ਨਹੀਂ, ਆੜਤੀਆ, ਦੁਕਾਨਦਾਰ, ਹਰ ਵਰਗ ਇਸ ਦੇ ਨਾਲ ਮਰੇਗਾ ਭਾਜੀ ਬਿੱਲਾਂ ਦੇ ਨਾਲ। ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਜਿਹੜਾ ਕਿਸਾਨੀ ਸੰਘਰਸ਼ ਮੋਰਚਾ ਜਿਹੜਾ ਦਿੱਲੀ ਦੇ ਵਿੱਚ ਉਹ ਠੰਡਾ ਜਿਹੜਾ ਪਈ ਜਾ ਰਿਹਾ, ਕਿਸ ਤਰ੍ਹਾਂ ਦੇਖਦੇ ਹੋ? ਅੱਜ ਵੀ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਟਰੈਕਟਰ ਆਏ ਹੋਏ ਨੇ ਸ਼ਹਿਰ ਦੇ ਵਿੱਚ, ਰੋਸ ਮਾਰਚ ਹੋ ਰਿਹਾ, ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ? ਦੇਖੋ ਜੀ, ਜਿਹੜੀ ਤੁਸੀਂ ਗੱਲ ਕਹੀ ਹੈ ਨਾ ਵੀ ਠੰਡਾ ਹੋ ਗਿਆ, ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਜੀ। 26 ਜਨਵਰੀ ਤੋਂ ਬਾਅਦ ਨਾ ਥੋੜ੍ਹਾ ਜਿਹਾ ਇਸ ਦੇ ਵਿੱਚ ਚੇਂਜਿੰਗ ਆਈ ਆ। ਕੁਛ ਗਰਮੀ ਲਾ ਲਓ, ਕੁਛ ਕਿਸਾਨ ਝੋਨੇ ਫਸਲ ਸੰਭਲਦੇ ਕਰਕੇ ਆਏ ਸੀਗੇ। ਇੱਕ ਸਿਆਸੀ ਪਾਰਟੀਆਂ ਨੇ ਆਪਣੇ ਕੁਛ ਖਿੱਚਣੇ ਸ਼ੁਰੂ ਕਰ ਦਿੱਤੇ, ਜਿਹੜੇ ਉਹਨਾਂ ਦੇ ਕੁਛ ਸੀਗੇ, ਚਲੋ ਉਹ ਵੀ ਸਪੋਰਟਰ ਸੀ, ਜਾਂਦੇ ਸੀ, ਪਰ ਉਹ ਜ਼ਿਆਦਾ ਉਹਨਾਂ ਖਿੱਚਣੇ ਸ਼ੁਰੂ ਕਰ ਦਿੱਤੇ ਆਪਣੇ ਲੋਕ। ਉਹਦੇ ਸੰਬੰਧ ਦੇ ਵਿੱਚ ਹੀ ਅਸੀਂ ਇਹ ਜਿਹੜਾ ਪਿਛਲੇ ਮਹੀਨੇ 2 ਮਹੀਨੇ ਤੋਂ ਲੱਗੇ ਹੋਏ ਆ, ਇਹ ਟਰੈਕਟਰ ਮਾਰਚ ਜਿਹੜਾ ਕੀਤਾ ਕਿ ਜਿਹੜਾ ਇਸੇ ਤਰ੍ਹਾਂ ਹੀ ਬਰਕਰਾਰ ਰਹੇ, ਕਿਸਾਨੀ ਸੰਘਰਸ਼ ਦਾ ਜਿਹੜੀ ਲਹਿਰ ਵੱਜੀ ਉਹ ਵੱਜੀ ਰਵੇ, ਨਹੀਂ ਤਾਂ ਸਾਡਾ ਨੁਕਸਾਨ ਆ। ਕਿਉਂਕਿ ਇਲੈਕਸ਼ਨ ਆਉਣ ਵਾਲੀ ਆ, ਇਸੇ ਲੋਕਾਂ ਨੇ ਮੁੜ ਕੇ ਜੇ ਕਿਸਾਨੀ ਦੀ ਨਾ ਲਹਿਰ ਹੋਈ ਤਾਂ ਭਾਈ ਫਿਰ ਉਹਨਾਂ ਜਿੱਤਣਾ ਹੀ ਆ। ਤੁਸੀਂ ਇਲੈਕਸ਼ਨਾਂ ਦੀ ਗੱਲ ਕਰ ਰਹੇ ਹੋ, ਇਲੈਕਸ਼ਨਾਂ ਆਉਣ ਵਾਲੀਆਂ ਨੇ 2022 ਦੇ ਵਿੱਚ। ਇਲੈਕਸ਼ਨਾਂ ਦੇ ਅੱਜ ਇੱਥੇ ਰੋਸ ਮਾਰਚ ਕੱਢਿਆ, ਕੀ ਕੋਈ ਸਿਆਸੀ ਲੀਡਰ ਇਸ ਰੋਸ ਮਾਰਚ ਦੇ ਵਿੱਚ ਆਇਆ ਤੁਹਾਡੇ ਕੋਲ? ਨਹੀਂ, ਸਿਆਸੀ ਲੀਡਰ ਕੋਈ ਨਹੀਂ, ਨਾ ਅਸੀਂ ਆਉਣ ਦਿੱਤਾ, ਨਾ ਅਸੀਂ ਬੋਲਣ ਦਿੱਤਾ, ਨਾ ਅਸੀਂ ਆਉਣ ਦੇਣਾ। ਪਰ ਸਿਆਸੀ ਲੀਡਰ ਬਹੁਤ ਸਾਰੇ ਦਾਅਵੇ ਕਰਦੇ ਨੇ ਅਸੀਂ ਕਿਸਾਨਾਂ ਦੇ ਨਾਲ ਆ, ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦੇ ਇਸ ਦਾਅਵਿਆਂ ਨੂੰ? ਆਉਣ ਵਾਲੇ ਸਮੇਂ ਦੇ ਵਿੱਚ ਕੀ ਉਹ ਜਿਹੜਾ ਇਹ ਬਿੱਲ ਵਾ ਉਹ ਇੱਥੇ ਲਾਗੂ ਹੋਏਗਾ, ਕਿਸ ਤਰ੍ਹਾਂ ਹੋਏਗਾ, ਕੀ ਕਹਿਣਾ ਚਾਹੁੰਦੇ ਇਸ ਬਾਰੇ? ਸਿਰਫ ਉਹ ਡਰਾਮੇ ਆ ਜੀ, ਉਹਨਾਂ ਨੂੰ ਪਤਾ ਉੱਦਾਂ ਸਾਡੇ ਜੁੱਤੀਆਂ ਪੈਣੀਆਂ, ਲੋਕਾਂ ਨੇ ਜੁੱਤੀਆਂ ਮਾਰਨੀਆਂ। ਕਿਸਾਨੀ ਦਾ ਉਹਨਾਂ ਨੂੰ ਇੱਕ ਨਾ ਸਿਆਸਤ ਕਰਨ ਲਈ ਮੁੱਦਾ ਲੱਭ ਗਿਆ ਵੀ ਸੌਖਾ ਕੰਮ ਆ ਜੀ, ਕਿਸਾਨਾਂ ਦੇ ਨਾਲ ਜਾ ਕੇ ਬਹਿ ਜਾਓ। ਕਪੂਰਥਲੇ ਵੀ ਹੁੰਦਾ ਰਿਹਾ, 1-2 ਵਾਰੀ ਪ੍ਰੋਗਰਾਮ ਸੀ ਕੀਤੇ, ਵਿੱਚ ਧੱਕੇ ਨਾਲ ਆ ਕੇ ਤੇ ਇਦਾਂ ਦੇ ਆਪਦੀਆਂ ਖਬਰਾਂ ਲਵਾ ਕੇ ਜਾਂ ਅਸੀਂ ਕਿਸਾਨਾਂ ਦੇ ਨਾਲ ਆ ਕੁਝ ਵੀ, ਉਹ ਕਿਸਾਨੀ ਜਿਹੜਾ ਸੰਘਰਸ਼ ਦਾ ਪ੍ਰੋਗਰਾਮ ਸੀ ਉਹਨੂੰ ਸਿਆਸੀ ਪਾਰਟੀ ਨਾਲ ਜੋੜ ਰਹੇ ਸੀ। ਪਰ ਅੱਜ ਜਿੰਨੇ ਵੀ ਆਏ ਆ ਨਰੋਲ ਕਿਸਾਨ ਆ, ਕਿਸੇ ਪਾਰਟੀ ਦੇ ਨਹੀਂ ਗਏ, ਨਾ ਅਸੀਂ ਆਗੂ ਕੋਈ ਆਉਣ ਦਿੱਤਾ ਨਾ ਆਉਣ ਦਿਆਂਗੇ।
ਬਹੁਤ ਹੀ ਸੋਸ਼ਲ ਮੀਡੀਆ ਤੇ ਵੀ ਕੁਝ ਵੀਡੀਓ ਵਾਇਰਲ ਹੁੰਦੀਆਂ ਨੇ ਕਿ ਜਿਸ ਤਰ੍ਹਾਂ ਸਿਆਸੀ ਲੀਡਰ ਨੇ ਜਿਹੜੇ ਉਹ ਵੋਟਾਂ ਦੇ ਕਰਕੇ ਪਿੰਡਾਂ ਦੇ ਵਿੱਚ ਜਾ ਰਹੇ ਨੇ, ਪਰ ਕਿਸਾਨਾਂ ਵੱਲੋਂ ਕਾਲੀਆਂ ਝੰਡੀਆਂ ਦਿਖਾਈਆਂ ਜਾ ਰਹੀਆਂ ਨੇ। ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ ਤੁਸੀਂ? ਬਿਲਕੁਲ ਜੀ, ਪਾਰਟੀ ਚਾਹੇ ਆਪਣੇ ਕਾਂਗਰਸ ਆ, ਕਾਂਗਰਸ ਨੇ ਕਿਹੜਾ ਵਾਅਦਾ ਪੂਰਾ ਕੀਤਾ? ਇਹਨਾਂ ਨੇ ਕੋਈ ਕੰਮ ਨਹੀਂ ਕੀਤਾ। ਬਿੱਲ ਰੱਦ ਜਿਹੜੇ ਉਹ ਪਾਸ ਹੋਏ ਆ, ਇਹਨਾਂ ਨੇ ਖੁਦ ਸਾਈਨ ਕੀਤੇ ਆ। ਕੈਪਟਨ ਅਮਰਿੰਦਰ ਸਿੰਘ ਦੀ ਮੰਗ ਸੀ, ਉਹ ਮੋਦੀ ਬੀਜੇਪੀ ਖੁਦ ਕਹਿ ਰਹੀ ਹੈ ਵੀ ਇਹਨਾਂ ਦੀ ਮੰਗ ਸੀਗੀ, ਇਹਨਾਂ ਸਟੇਟ ਗਵਰਨਮੈਂਟਾਂ ਨੂੰ ਪੁੱਛਿਆ ਗਿਆ। ਠੀਕ ਹੈ ਜੀ, ਇਹ ਸਿਰਫ ਡਰਾਮੇ ਆ, ਕਾਲੀਆਂ ਝੰਡੀਆਂ ਦਿਖਾਉਣੀਆਂ। ਇਹਨਾਂ ਨੇ ਹੁਣ ਮੁੱਦਾ ਲੱਭ ਲਿਆ ਸਿੱਧੂ ਦਾ, ਸਾਰੇ ਮੁੱਦੇ ਭੜਕਾਉਣ ਲਈ ਸਿੱਧੂ 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 ਕਰਾਤੀ। ਕੋਈ ਇਹਨਾਂ ਦੇ ਕੋਲ ਮੁੱਦਾ ਨਹੀਂ, ਨਾ ਇਹਨਾਂ ਕੋਈ ਕੰਮ ਕੀਤਾ ਕਿਸੇ ਵੀ ਸਰਕਾਰ ਨੇ। ਅਕਾਲੀਆਂ ਦੀ ਸਰਕਾਰ ਦਾ ਇਹ ਤੋਂ ਬੁਰਾ ਹਾਲ ਆ। ਆਪ ਬਿੱਲ ਰੱਦ ਕਰਾ ਕੇ ਆਪ ਹੀ ਪਾਸ ਕਰਾ ਕੇ ਆਪ ਹੀ ਹੁਣ ਰੱਦ ਕਰਾਉਣ। ਸਿੱਧੂ ਸਾਹਿਬ ਜਦੋਂ ਪਹਿਲੇ ਦਿਨ ਸਟੇਜ ਤੇ ਚੜੇ ਸੀਗੀ ਤੇ ਉਹ ਬੜੇ ਹੱਥਾਂ ਨੂੰ ਥੁੱਕ ਲਾ ਕੇ ਚੌਕੇ ਛੱਕੇ ਮਾਰਨ ਦੇ ਇਸ਼ਾਰੇ ਕਰ ਰਹੇ ਸਨ। ਕਿਸ ਤਰ੍ਹਾਂ ਦੇਖਦੇ ਹੋ ਕਿਸਾਨੀ ਦੇ ਬਿੱਲ ਬਾਰੇ? ਕਿੰਨੇ ਕੁ ਚੌਕੇ ਛੱਕੇ ਮਾਰਨਗੇ ਉਹ? ਚੌਕੇ ਛੱਕੇ ਨਹੀਂ, ਉਹ ਤਾਂ ਕਹਿੰਦਾ ਮੈਂ ਥੁੱਕ ਲਾਉਣਾ ਆ। ਮੈਨੂੰ 4 ਸਾਲ ਮੈਂ ਭਾਈ ਰੱਖਿਆ 4 4.5, ਹੁਣ ਮੇਰੇ ਹੱਥ ਆਈ ਆ, ਹੁਣ ਮੈਂ ਥੁੱਕ ਲਾ ਕੇ ਦੋਨਾਂ ਹੱਥਾਂ ਨਾਲ ਲੁੱਟੂਗਾ ਲੋਕਾਂ ਨੂੰ। ਉਹਦੇ ਕਹਿਣ ਦਾ ਮਤਲਬ ਇਹ ਆ ਜੀ ਵੀ ਅੱਗੇ ਤੁਸੀਂ ਥੁੱਕ ਲਾ ਲਿਆ, ਹੁਣ ਮੈਂ ਲਾਵਾਂਗਾ। ਉਹਦਾ ਇਹ ਮਤਲਬ ਆ ਸਿੱਧੂ ਦਾ। ਉਹ ਨਚਾਰ ਜਿਹਾ ਹੈਗਾ, ਉਹਨੇ ਕੁਝ ਨਹੀਂ ਕਰਨਾ। ਇਹ ਇੱਕ ਕਿਸਾਨ ਹੋਣ ਦੇ ਨਾਤੇ ਮੈਂ ਕਹਿ ਰਿਹਾ। ਔਰ ਅੱਗੇ ਉਹਨੇ ਕੀ ਕੀਤਾ ਆਪਦਾ ਦੱਸੇ, ਇੱਕ ਵੀ ਮੈਨੂੰ ਦੱਸੇ ਵੀ ਮੈਂ ਆਹ ਕਾਰਜ ਕਿਸਾਨਾਂ ਲਈ, ਆਮ ਪਬਲਿਕ ਲਈ ਮੈਂ ਆਹ ਕਾਰਜ ਕੀਤਾ। ਇੱਕ ਵੀ ਉਹ ਆਪਣਾ ਕਹਿ ਦੇਵੇ ਬਾਂਹ ਖੜੀ ਕਰਕੇ ਮੈਂ ਆਹ ਕਾਰਜ ਕੀਤਾ। ਕੋਈ ਕਾਰਜ ਨਹੀਂ ਸਿੱਧੂ ਦਾ ਹੋਇਆ ਔਰ ਨਾ ਪੰਜਾਬ ਸਰਕਾਰ ਦਾ ਹੋਇਆ ਜੀ। ਇਹ ਫੇਲ ਸਰਕਾਰਾਂ ਨੇ ਔਰ ਰਹਿੰਦਾ ਖੁੰਦਾ ਮੋਦੀ ਸਰਕਾਰ ਨੇ ਜਿਹੜਾ ਸਾਡੇ ਗਲੇ ਦੇ ਉੱਤੇ ਇਹ 3 ਕਾਲੇ ਕਾਨੂੰਨਾਂ ਦੀ ਛੁਰੀ ਰੱਖ ਦਿੱਤੀ ਆ। ਇਹ ਜਿਹੜੀ ਬਿਲਕੁਲ ਕਿਸਾਨਾਂ ਨੂੰ ਮਾਰਨ ਦੀ ਤਾਦਾਦ ਤੇ ਪਹੁੰਚੇ ਹੋਏ ਆ। ਔਰ 9 ਮਹੀਨਿਆਂ ਤੋਂ ਅਸੀਂ ਸੰਘਰਸ਼ ਕਰ ਰਹੇ ਹਾਂ। ਉਹ ਤਦ ਤੱਕ ਸੰਘਰਸ਼ ਜਾਰੀ ਰਹੂਗਾ ਜਦ ਤੱਕ ਸਾਡੇ ਸਰੀਰਾਂ ਦੇ ਵਿੱਚ ਜਾਨ ਹੈ। ਭਾਵੇਂ ਸਾਨੂੰ ਉੱਥੇ 1 ਸਾਲ ਬਹਿਣਾ ਪਵੇ, ਭਾਵੇਂ ਜਿੰਨਾ ਚਿਰ ਮੋਦੀ ਦੀ ਸਰਕਾਰ ਆ ਉਨਾ ਚਿਰ ਬਹਿਣਾ ਪਵੇ, ਅਸੀਂ ਉਹਨਾਂ ਚਿਰ ਉੱਥੇ ਬੈਠੇ ਰਵਾਂਗੇ ਔਰ ਇਹਨਾਂ 3 ਕਾਲੇ ਕਾਨੂੰਨਾਂ ਨੂੰ ਰੱਦ ਕਰਾ ਕੇ ਵਾਪਸ ਆਵਾਂਗੇ। ਮਿੱਠਾ ਜੀ, ਇੰਨਾ ਚਿਰ ਹੋ ਗਿਆ ਹੈ ਹੁਣ ਤੇ ਅੱਜ ਵੀ ਤੁਸੀਂ ਰੋਸ ਮਰਦਾ 'ਚ ਹਰ ਤਰ੍ਹਾਂ ਸਮੇਂ ਦੇ ਵਿੱਚ ਕਿਸਾਨਾਂ ਦੇ ਦਿੱਤੇ ਹੋਏ ਸੱਦੇ ਤੇ ਤੁਸੀਂ ਰੋਸ ਮਾਰਚ ਕਰਦੇ ਹੋ। ਕਿੰਨਾ ਕੁ ਲੰਬਾ ਇਹ ਚੱਲੂਗਾ ਸੰਘਰਸ਼ ਹੁਣ, ਤੇ ਕੀ ਤੁਹਾਡੀਆਂ ਕਿੱਥੋਂ ਤੱਕ ਤੁਸੀਂ ਸੰਘਰਸ਼ ਹੋਰ ਕਰੋਗੇ? ਇਹ ਜਿੰਨਾ ਸਰਕਾਰ ਲੇਟ ਕਰਦੀ ਜਾਊਗੀ, ਮੰਗਾਂ ਨਹੀਂ, ਸਾਡੇ ਬਿੱਲ ਰੱਦ ਨਹੀਂ ਹੋਣਗੇ, ਉਹਨਾਂ ਚਿਰ ਅਸੀਂ ਬੈਠੇ ਆ ਜੀ। ਜਿੱਦਾਂ ਸੋਢੀ ਭਾਜੀ ਨੇ, ਖੇੜਾ ਸਾਹਿਬ ਨੇ ਗੱਲ ਕੀਤੀ ਆ ਕਿ ਚਾਹੇ ਸਾਨੂੰ ਸਾਲ 2 ਸਾਲ 4 ਸਾਲ ਬਹਿਣਾ ਪਵੇ, ਜਿੰਨਾ ਚਿਰ ਸਰਕਾਰ ਆ ਇਹਨਾਂ ਬਿੱਲ ਬੰਦ ਕਰਾ ਕੇ ਆਉਂਗੇ, ਵਾਪਸ ਕਰਾ ਕੇ ਰੱਦ ਕਰਾ ਕੇ ਆਵਾਂਗੇ। ਉੱਦਾਂ ਅਸੀਂ ਮੁੜਦੇ ਨਹੀਂ, ਉੱਦਾਂ ਅਸੀਂ ਆ ਕੇ ਵੀ ਮਰਨਾ ਵਾ, ਉੱਥੋਂ ਮਰ ਕੇ ਹੀ ਆਵਾਂਗੇ। ਇਹ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਆ। ਬਿੱਲ ਰੱਦ ਕਰਾ ਕੇ ਅਸੀਂ ਆਉਣਾ, ਉੱਦਾਂ ਦੀ ਵਾਪਸ ਮੁੜਦੇ। ਤੇ ਇਦਾਂ ਦੇ ਪ੍ਰੋਗਰਾਮ ਵੀ ਅਸੀਂ ਕਿਸਾਨੀ ਸੰਘਰਸ਼ ਨੂੰ ਉਤਸ਼ਾਹ ਕਰਨ ਲਈ ਕਰਦੇ ਰਵਾਂਗੇ ਤੇ ਵੱਧ ਤੋਂ ਵੱਧ ਦਿੱਲੀ ਜਾਣ ਲਈ ਵੀ ਲੋਕਾਂ ਨੂੰ ਪ੍ਰੇਰਿਤ ਕਰਾਂਗੇ। ਚਾਹੇ ਸ਼ਹੀਦੀਆਂ ਪਾਉਣੀਆਂ ਪੈਣ ਪਾਉਣ ਤਿਆਰ ਬਿਲਕੁਲ ਚਾਹੇ ਸਾਨੂੰ ਕਾਨੂੰਨਾਂ ਮੁਤਾਬਕ ਜੇ ਸਾਡੀ ਸਰਕਾਰ ਕਾਨੂੰਨ ਨਹੀਂ ਪਾਸ ਕਰਦੀ, ਸਾਨੂੰ ਚਾਹੇ ਸ਼ਹੀਦੀਆਂ ਵੀ ਪਾਉਣੀਆਂ ਪੈਣ, ਸ਼ਹੀਦੀਆਂ ਪਾਉਣ ਵਾਸਤੇ ਵੀ ਅਸੀਂ ਤਿਆਰ ਹਾਂ। ਜਿੰਨਾ ਕਾਨੂੰਨ ਰੱਦ ਨਹੀਂ ਕਰੇ, ਭਾਵੇਂ 2 ਸਾਲ ਕੀ ਭਾਵੇਂ 10 ਸਾਲ ਵੀ ਸਾਨੂੰ ਉੱਥੇ ਬੈਠਣਾ ਪੈ ਜਾਵੇ, ਅਸੀਂ ਉਹਨਾਂ ਦੀ ਬਰਦਾਸ਼ਤ ਨਹੀਂ ਕਰਾਂਗੇ। ਸੋ ਇਹ ਸਨ ਸਾਡੇ ਨਾਲ ਕਪੂਰਥਲਾ ਤੋਂ ਕਿਸਾਨ ਸੰਯੁਕਤ ਮੋਰਚੇ ਦੇ ਸੱਦੇ ਵੱਲੋਂ ਅੱਜ ਇੱਥੇ ਸਬਜ਼ੀ ਮੰਡੀ ਦੇ ਵਿੱਚ, ਨਵੀਂ ਦਾਣਾ ਮੰਡੀ ਦੇ ਵਿੱਚ ਆਏ ਹੋਏ ਕਿਸਾਨ, ਜੋ ਕਿ ਤੁਸੀਂ ਦੇਖ ਰਹੇ ਹੋ, ਉਹਨਾਂ ਨੇ ਕਿਹਾ ਕਿ ਅਸੀਂ ਜੋ ਬਿੱਲ ਹੈ ਉਹ ਰੱਦ ਕਰਾ ਕੇ ਆਵਾਂ। ਇਹਦੇ ਨਾਲ ਹੀ ਸਾਡੇ ਨਾਲ ਸਿੰਗਰ ਜੋ ਦਵਿੰਦਰ ਦਿਆਲਪੁਰੀ ਜੀ, ਪ੍ਰਸਿੱਧ ਪੰਜਾਬੀ ਸਿੰਗਰ, ਉਹ ਵੀ ਸਾਡੇ ਨਾਲ ਜੁੜੇ ਹੋਏ ਨੇ। ਉਹ ਗੱਲਬਾਤ ਕਰਦੇ ਉਹਨਾਂ ਨਾਲ। ਸਤਿ ਸ਼੍ਰੀ ਅਕਾਲ ਦਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਭਾਈ? ਠੀਕ ਹੋ? ਸਿੰਗਰ ਵੀ ਇਸ ਚੀਜ਼ ਦੀ ਸੰਯੁਕਤ ਮੋਰਚੇ 'ਤੇ ਜਾ ਕੇ ਸਪੋਰਟ ਕਰਦੇ ਹੋ, ਤੁਸੀਂ ਵੀ ਅੱਜ ਸਪੋਰਟ ਕਰਨ ਦੇ ਵਿੱਚ ਆਏ ਹੋ ਜਾਂ ਕਿਸ ਤਰ੍ਹਾਂ ਹੋਰ ਕਿਸੇ ਮਨਸ਼ਾ ਦੇ ਨਾਲ ਆਏ ਹੋ? ਨਹੀਂ, ਅਸੀਂ ਕਿਉਂਕਿ ਜਦੋਂ ਵੀ ਸਾਡੇ ਪ੍ਰੋਗਰਾਮ ਜਿਹੜੇ ਲੱਗਦੇ ਨਾ ਭਾਜੀ, ਮੈਂ ਕਪੂਰਥਲਾ ਨਿਊਜ਼ ਦੇ ਰਾਹੀਂ ਇਹ ਦੱਸਣੀ ਚਾਹੁੰਦਾ ਕਿ ਜਦੋਂ ਸਾਡੇ ਕੋਈ ਪ੍ਰੋਗਰਾਮ ਲੱਗਦੇ ਆ ਉਹ ਮਜ਼ਦੂਰਾਂ ਦੇ ਕਰਕੇ, ਕਿਸਾਨਾਂ ਦੇ ਕਰਕੇ ਲੱਗਦੇ। ਉਹਨਾਂ ਦੇ ਘਰਾਂ ਵਿੱਚ ਜਦੋਂ ਦਾਣੇ ਆਉਂਦੇ ਆ ਤੋ ਮੰਡੀਆਂ 'ਚ ਜਾ ਕੇ ਵੇਚਦੇ ਔਰ ਪੈਸੇ ਕਰਕੇ ਇਕੱਠੇ ਤੇ ਸਾਨੂੰ ਪੀਰਾਂ ਫਕੀਰਾਂ ਦੀ ਦਰਗਾਹਾਂ ਤੇ ਬੁਲਾਉਂਦੇ ਨੇ ਔਰ ਸਾਨੂੰ ਮੇਲਿਆਂ ਤੇ ਬੁਲਾਉਂਦੇ ਨੇ, ਸਾਨੂੰ ਛਿੰਝਾਂ ਤੇ ਬੁਲਾਉਂਦੇ ਨੇ, ਸਾਨੂੰ ਟੂਰਨਾਮੈਂਟਾਂ ਤੇ ਬੁਲਾਉਂਦੇ ਨੇ ਔਰ ਉਹਨਾਂ ਦੀ ਖੁਸ਼ੀ ਵਿੱਚ ਸ਼ਰੀਕ ਹੁੰਦੇ ਆ। ਪਰ ਜੇ ਕਿਸਾਨ ਹੀ, ਮਜ਼ਦੂਰ ਹੀ ਦੁਖੀ ਹੈ ਤੇ ਸਾਨੂੰ ਸਾਡੇ ਪ੍ਰੋਗਰਾਮ ਜਿਹੜੇ ਆ, ਕਿਉਂਕਿ ਸਾਨੂੰ ਬੜੀਆਂ ਵੱਡੀਆਂ ਮਾਰਾਂ ਪੈ ਰਹੀਆਂ ਨੇ, ਚਾਹੇ ਨੋਟਬੰਦੀ ਦੀ ਮਾਰ ਪੈ ਗਈ, ਚਾਹੇ ਕਰੋਨਾ ਦੀ ਮਾਰ ਪੈ ਗਈ ਤੇ ਚਾਹੇ ਇਹ ਆ ਜਿਹੜੀ ਸਾਨੂੰ ਸੰਘਰਸ਼ ਦੀ ਮਾਰ ਪੈ ਗਈ। ਪਰ ਅਸੀਂ ਇਹੀ ਗੱਲ ਹੈ ਕਿ ਭਜਾਈ ਚੱਲ ਘੋੜਾ, ਕਿਤੇ ਤਾਂ ਪਿੰਡ ਆਊਗਾ। ਬਿਲਕੁਲ। ਕਿਸ ਤਰ੍ਹਾਂ ਹੁਣ ਦੇ ਸਹਿਯੋਗ ਦੇ ਰਹੇ ਕਿ ਆਉਣ ਵਾਲੇ ਸਮੇਂ 'ਚ ਕਿੱਦਾਂ ਸੱਦਾ ਦਿੰਦੇ ਹੋ, ਕੀ ਕਹਿੰਦੇ ਹੋ ਕਿਸਾਨਾਂ ਬਾਰੇ, ਜਾਂ ਹੋਰ ਸੰਗੀਤ ਦੇ ਨਾਲ ਜੁੜੇ ਹੋਏ ਜਿਹੜੇ ਪ੍ਰੇਮੀ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿਸਾਨੀ ਸੰਯੁਕਤ ਮੋਰਚੇ ਬਾਰੇ? ਅਸੀਂ ਸਾਰੇ ਹੀ, ਉਹ ਚਾਹੇ ਦਿੱਲੀ ਸਿੰਘੂ ਬਾਰਡਰ, ਕੁੰਡਲੀ ਬਾਰਡਰ ਔਰ ਟਿੱਕਰੀ ਬਾਰਡਰ ਦੇ ਅਧੀਨ ਅਸੀਂ ਸਾਰੇ ਕਲਾਕਾਰ ਭਰਾ, ਉਹ ਚਾਹੇ ਲੁਧਿਆਣਾ, ਚਾਹੇ ਮਾਝਾ, ਮਾਲਵਾ, ਦੁਆਬਾ, ਅਸੀਂ ਸਾਰੇ ਹੀ ਇਕੱਠੇ ਆ। ਕਿਉਂਕਿ ਅਸੀਂ ਅੱਜ ਨਾ ਕਪੂਰਥਲੇ ਤੋਂ ਜਿਹੜਾ ਵਿਸ਼ਾਲ ਟਰੈਕਟਰ ਰੋਸ ਮਾਰਚ ਹੋਇਆ, ਇੱਥੋਂ ਅਸੀਂ ਆਕਸੀਜਨ ਭੇਜੀ ਆ ਸਿੰਘੂ ਬਾਰਡਰ ਤੇ, ਟਿੱਕਰੀ ਬਾਰਡਰ ਤੇ, ਕੁੰਡਲੀ ਬਾਰਡਰ ਤੇ। ਉਹਨਾਂ ਕਿਸਾਨਾਂ ਨੂੰ ਕਿਹਾ
ਜਦੋਂ ਉਹ ਤੁਹਾਡੇ ਮੀਡੀਆ ਰਾਹੀਂ ਤੁਹਾਡੇ ਮਾਧਿਅਮ ਦੇ ਰਾਹੀਂ ਦੇਖਣਗੇ ਕਿ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਪਿੱਛੇ ਪੰਜਾਬ ਦੇ ਲੋਕ ਖਾਸ ਕਰਕੇ ਦੁਆਬੇ, ਕਿਉਂਕਿ ਮਾਝਾ ਵੀ ਕਿਸੇ ਕੋਲੋਂ ਪਿੱਛੇ ਨਹੀਂ, ਮਾਲਵੇ ਤੋਂ ਸਟਾਰਟ ਹੋਇਆ ਸੰਘਰਸ਼ ਜਿਹੜਾ ਮਾਲਵੇ ਤੋਂ ਸਟਾਰਟ ਹੁੰਦਾ ਹੈ। ਪਰ ਅਸੀਂ ਅੱਜ ਦੁਆਬੇ ਵਾਲੇ ਦੋਨੇ ਵਾਲੇ ਬਾਬੇ ਨਾਨਕ ਦੀ ਧਰਤੀ ਸੁਲਤਾਨਪੁਰ ਲੋਧੀ ਔਰ ਉਹਦਾ ਜ਼ਿਲ੍ਹਾ ਕਪੂਰਥਲਾ ਅਸੀਂ ਸਾਰੇ ਇਕੱਠੇ ਆ, ਕਿਉਂਕਿ ਜਦ ਵੀ ਦੇਸ਼ ਕੌਮ ਨੂੰ ਖੂਨ ਦੀ ਲੋੜ ਪੈ ਗਈ ਤੇ ਹਾਮੀ ਹੱਸ ਕੇ ਭਰੀ ਪੰਜਾਬੀਆਂ ਨੇ ਰਚਿਆ ਕਿਤੇ ਵੀ ਸਵੰਬਰ ਜੇ ਬਿੱਧ ਮਾਤਾ ਤੇ ਲਾੜੀ ਮੌਤ ਵੀ ਵਰੀ। ਉਹ ਜੇਕਰ ਖੂਨ ਦੀ ਨਦੀ ਵਿੱਚ ਤਾਂਗ ਆ ਗਈ ਤੇ ਛਾਲ ਮਾਰ ਕੇ ਤਰੀ, ਚੌਹੀ ਪਾਸਿਆਂ ਤੋਂ ਜੇਕਰ ਚੱਲੀ ਗੋਲੀ ਤੇ ਪਹਿਲਾਂ ਹਿੱਕ ਤੇ ਜਰੀ। ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਹੀ ਕਿ ਹੋਰ ਜਿੱਥੇ ਸਾਡਾ ਸੰਘਰਸ਼ ਹੈ, ਜਿੱਥੇ ਰੋਸ ਮਾਰਚ ਹੈ, ਉੱਥੇ ਸਾਨੂੰ ਇੱਕ ਇਸ ਸੰਘਰਸ਼ ਦੇ ਵਿੱਚ ਖੁਸ਼ੀ ਵੀ ਹੈ ਕਿ 8 ਖਿਡਾਰੀ ਜਿਹੜੇ ਹਾਕੀ ਦੇ ਜਿਹੜੇ ਪੰਜਾਬ ਦੇ ਹੈ ਉਹ ਕਾਂਸੀ ਦਾ ਮੈਡਲ ਲੈ ਕੇ ਆਏ ਆ ਔਰ 1 ਅਰਬ 33 ਕਰੋੜ ਇੰਡੀਆ ਉਹਦੇ ਵਿੱਚੋਂ ਇੱਕੋ ਹੀ ਬੰਦਾ 골ਡ ਮੈਡਲ ਲੈ ਕੇ ਆਇਆ, ਉਹ ਹਰਿਆਣੇ ਦਾ ਸਾਡਾ ਭਰਾ, ਕਿਉਂਕਿ ਹਰਿਆਣਾ ਪੰਜਾਬ ਦੇ ਵਿੱਚ ਚਾਚਾ ਤਾਏ ਨੇ। ਹਰਿਆਣੇ ਦਾ ਸਾਡਾ ਭਰਾ ਬਹੁਤ ਹੀ ਰਿਸਪੈਕਟ ਉਹਦਾ ਨਾਂ ਲਿਆ ਜਾਊਗਾ, ਨੀਰਜ ਚੋਪੜਾ ਜਿਹੜਾ 골ਡ ਮੈਡਲ ਲੈ ਕੇ ਆ ਰਿਹਾ, ਉਹਦਾ ਤੁਹਾਡੇ ਮਾਧਿਅਮ ਰਾਹੀਂ ਤੁਹਾਡੇ ਜਿੰਨੇ ਸਰੋਤੇ ਉਹਨਾਂ ਨੂੰ ਵਧਾਈ ਹੋਵੇ। ਸੋ ਇਸ ਦੇ ਨਾਲ ਸਾਡੇ ਨਾਲ ਸੀਗੇ ਦਵਿੰਦਰ ਦਿਆਲਪੁਰੀ ਜੋ ਕਿ ਪੰਜਾਬੀ ਸਿੰਗਰ ਨੇ, ਬਹੁਤ ਤੜੇਦਾਰ ਸਿੰਗਰ ਨੇ, ਸਟੇਜਾਂ ਬਹੁਤ ਵਧੀਆ ਲਗਾਉਂਦੇ ਨੇ। ਇਸ ਦੇ ਨਾਲ ਸਾਡੇ ਨਾਲ ਕਪੂਰਥਲਾ ਜੋ ਅੱਜ ਸ਼ਾਇਰ ਨੇ, ਸ਼ਾਇਰ ਕੰਵਰਦੀਪ ਜੀ, ਉਹਨਾਂ ਨਾਲ ਵੀ ਗੱਲਬਾਤ ਕਰਦੇ ਨਾ। ਉਹ ਵੀ ਅੱਜ ਸੰਯੁਕਤ ਮੋਰਚੇ ਦੇ ਵਿੱਚ, ਕਿਸਾਨ ਸੰਯੁਕਤ ਮੋਰਚੇ ਵਿੱਚ ਆਪਣਾ ਸਹਿਯੋਗ ਦੇਣ ਆਏ ਨੇ। ਆਓ ਗੱਲਬਾਤ ਕਰਦੇ ਉਹਨਾਂ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਮੇਰੇ ਵੀਰ। ਗੱਲ ਕਿਸਾਨੀ ਦੀ ਹੋ ਰਹੀ ਹੈ। ਬੜੇ ਲੰਮੇ ਸਮੇਂ ਤੋਂ ਕਿਸਾਨ ਸੰਘਰਸ਼ ਮੋਰਚੇ ਚੱਲ ਰਹੇ ਨੇ। ਪਹਿਲਾਂ ਜਦੋਂ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਮੱਥੇ ਮੜੇ ਸਾਡੇ, ਉਦੋਂ ਤੋਂ ਹੀ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਤੇ ਧਰਨੇ ਸ਼ੁਰੂ ਕਰ ਦਿੱਤੇ ਸੀ ਪੰਜਾਬ 'ਚ। ਉਸ ਤੋਂ ਬਾਅਦ ਦਿੱਲੀ ਜਾ ਕੇ ਮੋਦੀ ਦੀ ਧੌਣ ਤੇ ਗੋਡਾ ਰੱਖਿਆ, ਸਿੰਘੂ ਬਾਰਡਰ ਤੇ, ਟਿਕਰੀ ਬਾਰਡਰ ਤੇ, ਕੁੰਡਲੀ ਬਾਰਡਰ ਤੇ। ਮੈਂ ਸ਼ਾਇਰ ਕੰਵਰ ਇਕਬਾਲ ਸਿੰਘ, ਪ੍ਰਧਾਨ ਮਨਿਆਰੀ ਐਸੋਸੀਏਸ਼ਨ ਕਪੂਰਥਲਾ, ਅੱਜ ਮੈਂ ਪੂਰੇ ਦੁਕਾਨਦਾਰ ਵੀਰਾਂ ਨੂੰ ਉਹਨਾਂ ਦਾ ਸਮਰਥਨ ਲੈ ਕੇ ਉਹਨਾਂ ਨੂੰ ਨਾਲ ਤੋਰਿਆ। ਬਹੁਤੇ ਦੁਕਾਨਦਾਰ ਸਾਡੇ ਆਗੂ ਨਾਲ ਆਏ ਨੇ, ਇਸ ਮਾਰਚ ਵਿੱਚ ਸ਼ਾਮਲ ਹੋਏ ਨੇ। ਸਵੇਰ ਤੋਂ ਦੁਪਹਿਰ ਤੱਕ ਅਸੀਂ ਨਾਲ ਰਹੇ ਹਾਂ। ਔਰ ਅਗਲੀ ਗੱਲ ਮੈਂ ਕਰਾਂਗਾ ਕਿ ਮੈਂ ਸ਼ਾਇਰ ਦੇ ਤੌਰ ਤੇ, ਮੇਰੇ ਵੀਰ ਨੇ ਮੇਰਾ ਜ਼ਿਕਰ ਕੀਤਾ, ਇੰਟਰਨੈਸ਼ਨਲ ਲੈਵਲ ਦੇ ਤੌਰ ਤੇ ਮੈਨੂੰ ਸ਼ਾਇਰ ਕੰਵਰ ਇਕਬਾਲ ਦੇ ਤੌਰ ਤੇ ਜਾਣਿਆ ਜਾਂਦਾ। ਮੈਂ ਦਿੱਲੀ ਦੇ ਸਾਰੇ ਬਾਰਡਰਾਂ ਤੇ ਸਮੇਂ-ਸਮੇਂ ਜਾ ਕੇ ਹਾਜ਼ਰੀ ਲਵਾਈ ਹੈ। ਇੱਕ ਛੋਟਾ ਜਿਹਾ ਗੀਤ ਕਿਸਾਨ ਸੰਘਰਸ਼ ਮੋਰਚੇ ਨੂੰ ਸਮਰਪਿਤ, ਉਹ ਮੈਂ 2 ਬੰਦ ਤੁਹਾਡੇ ਨਾਲ ਸਾਂਝੇ ਕਰਾਂਗਾ। ਪਰਖ ਨਾ ਸਾਡਾ ਸਬਰ, ਬੜਾ ਪਛਤਾਏਂਗੀ ਦਿੱਲੀਏ, ਲੱਗਦਾ ਤੂੰ ਇਤਿਹਾਸ ਨੂੰ ਫਿਰ ਦੁਹਰਾਏਂਗੀ ਦਿੱਲੀਏ। ਬਚ ਲੈ ਜੇ ਬਚ ਹੁੰਦਾ, ਸ਼ੇਰ ਦਹਾੜਦੇ ਫਿਰਦੇ ਨੇ, ਹੱਕ ਲੈਣ ਲਈ ਸੜਕਾਂ ਤੇ ਜੋ ਨਿੱਤਰੇ ਚਿਰਦੇ ਨੇ, ਗੋਡਿਆਂ ਹੇਠੋਂ ਕੰਨਾਂ ਨੂੰ ਹੱਥ ਲਾਏਂਗੀ ਦਿੱਲੀਏ, ਲੱਗਦਾ ਤੂੰ ਇਤਿਹਾਸ ਨੂੰ ਫਿਰ ਦੁਹਰਾਏਂਗੀ ਦਿੱਲੀਏ। ਤੇਰੀਆਂ ਲੂੰਬੜ ਚਾਲਾਂ ਤੋਂ ਹਾਂ ਵਾਕਿਫ ਸਾਰੇ ਨਹੀਂ, ਅਜੇ ਵੀ ਵੇਲਾ ਸਮਝ ਲੈ ਤੂੰ ਕੇਂਦਰ ਸਰਕਾਰੇ ਨਹੀਂ, ਵਕਤ ਵਿਹਾ ਕੇ ਤੂੰ ਡਾਢੀ ਪਛਤਾਏਂਗੀ ਦਿੱਲੀਏ, ਲੱਗਦਾ ਤੂੰ ਇਤਿਹਾਸ ਨੂੰ ਫਿਰ ਦੁਹਰਾਏਂਗੀ ਦਿੱਲੀਏ। ਕੁੱਲ ਦੁਨੀਆ ਦਾ ਢਿੱਡ ਭਰਦੇ ਨੇ ਇਹ ਅਨਦਾਤੇ ਜੋ, ਕੱਕਰਾਂ ਕੋਰਿਆਂ ਵਿੱਚ ਤਾਂ ਧਰਨਿਆਂ ਉੱਤੇ ਬਿਠਾਤੇ ਉਹ, ਵੇਖਾਂਗੇ ਕਿੰਜ ਜਬਰੀ ਈਨ ਮਨਾਏਂਗੀ ਦਿੱਲੀਏ, ਲੱਗਦਾ ਤੂੰ ਇਤਿਹਾਸ ਨੂੰ ਫਿਰ ਦੁਹਰਾਏਂਗੀ ਦਿੱਲੀਏ। ਆਖਰੀ ਬੰਦ। ਬੇਸ਼ੱਕ ਜ਼ਿਮੀਦਾਰ ਨਹੀਂ ਮੈਂ ਪੁੱਤ ਹਾਂ ਕਿਰਤੀ ਦਾ, ਪਾਣ ਚੜੀ ਅਣਖੀਲੀ ਨਿਮਰ ਮੈਂ ਸਾਧੂ ਬਿਰਤੀ ਦਾ, ਮਨ ਇਕਬਾਲ ਦਾ ਕਹਿਣਾ ਤੂੰ ਸੁੱਖ ਪਾਏਂਗੀ ਦਿੱਲੀਏ, ਲੱਗਦਾ ਤੂੰ ਇਤਿਹਾਸ ਨੂੰ ਫਿਰ ਦੁਹਰਾਏਂਗੀ ਦਿੱਲੀਏ। ਔਰ ਮੇਰੀ ਆਖਰੀ ਬੇਨਤੀ ਹੈ ਮੋਦੀ ਸਰਕਾਰ ਨੂੰ, ਭਾਵੇਂ ਮੋਦੀ ਵਿਕਿਆ ਹੋਇਆ ਅੰਬਾਨੀਆਂ ਡਾਣੀਆਂ ਦੀ ਝੋਲੀ 'ਚ ਪਿਆ, ਉਹ ਲਾਹਣਤੀਆ ਸ਼ਰਮ ਕਰ, ਅਜੇ ਵੀ ਬੰਦਾ ਬਣ ਜਾ। ਕਾਨੂੰਨ ਤੇਰੀ ਧੌਣ ਤੇ ਗੋਡਾ ਰੱਖਿਆ ਹੋਇਆ, ਤੈਨੂੰ ਪੁੱਤ ਵਾਪਸ ਕਰਨੇ ਪੈਣੇ, ਤੈਨੂੰ ਰੱਦ ਕਰਨੇ ਪੈਣੇ ਆ। ਬੰਦਾ ਬਣ ਕੇ ਕਾਨੂੰਨ ਵਾਪਸ ਕਰ ਲੈ, ਰੱਦ ਕਰ ਲੈ, ਨਹੀਂ ਤਾਂ 2022 ਦੇ ਵਿੱਚ ਤੈਨੂੰ ਇਹੋ ਜਿਹਾ ਸਬਕ ਸਿਖਾਉਣਾ। ਕਿਸਾਨ ਮਜ਼ਦੂਰ ਨੇ, ਦੁਕਾਨਦਾਰ ਵਰਗ ਨੇ, ਭਾਈਚਾਰੇ, ਹਰ ਭਾਈਚਾਰੇ ਨੇ ਕਿ ਤੇਰੀਆਂ ਜੜ੍ਹਾਂ ਹਿਲਾ ਕੇ ਰੱਖ ਦੇਣੀਆਂ ਨੇ। ਜੜ੍ਹਾਂ ਉਹਦੀਆਂ ਹੁਣ ਵੀ ਹਿਲ ਚੁੱਕੀਆਂ ਨੇ। ਇਸ ਵੇਲੇ ਥਾਂ-ਥਾਂ ਮੋਦੀ ਭਗਤਾਂ ਦਾ ਵਿਰੋਧ ਹੋ ਰਿਹਾ। ਔਰ ਅਸੀਂ ਕਿਸਾਨ ਸੰਘਰਸ਼ ਮੋਰਚੇ ਨੂੰ ਸਮਰਪਿਤ ਕਪੂਰਥਲੇ ਤੋਂ ਵੱਡੇ ਪੱਧਰ ਤੇ ਰਾਣਾ ਸੈਦੋਵਾਲੀਆ, ਅਵਤਾਰ ਸੈਦੋਵਾਲੀਆ ਔਰ ਮੇਰਾ ਵੀਰ ਪੀਤਾ ਮਿੱਠਾ, ਬਹੁਤ ਸਾਰੇ ਵੀਰਾਂ ਨੇ ਇਹ ਬੜਾ ਵੱਡਾ ਸੰਘਰਸ਼ ਵਿੱਢਿਆ ਹੋਇਆ। ਬੜੇ ਲੰਮੇ ਸਮੇਂ ਤੋਂ ਦਿੱਲੀ ਅਸੀਂ ਸਮੇਂ-ਸਮੇਂ ਜਾ ਕੇ ਹਾਜ਼ਰੀ ਲਵਾਉਂਦੇ ਹਾਂ। ਅੱਜ ਜਿਹੜਾ ਵਿਸ਼ਾਲ ਮਾਰਚ ਕਪੂਰਥਲੇ ਵਿੱਚ ਹੋਇਆ, ਪੁਰਾਣੀ ਦਾਣਾ ਮੰਡੀ ਤੋਂ, ਨਵੀਂ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਇਹ ਪੂਰਾ ਬਾਈਪਾਸ, ਜਲੰਧਰ ਬਾਈਪਾਸ ਤੋਂ ਹੋ ਕੇ ਹੁੰਦਾ ਹੋਇਆ, ਸ਼ਹਿਰ ਦੇ ਵਿੱਚ ਦੀ ਹੁੰਦਾ ਹੋਇਆ, ਸ਼ਹੀਦ ਭਗਤ ਸਿੰਘ ਚੌਂਕ ਵਿੱਚ ਦੀ ਫੇਰਾ ਪਾ ਕੇ ਅਸੀਂ ਫੇਰ ਨਵੀਂ ਦਾਣਾ ਮੰਡੀ ਇਕੱਠੇ ਹੋਏ ਹਾਂ। ਕਿਸਾਨ ਮਜ਼ਦੂਰ ਸੰਘਰਸ਼ ਮੋਰਚੇ ਦੇ ਸੰਬੰਧ ਵਿੱਚ ਇੱਕ ਨਾਅਰਾ ਲਾਵਾਂਗਾ, ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਜ਼ਿੰਦਾਬਾਦ, ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਜ਼ਿੰਦਾਬਾਦ। ਮਿਹਰਬਾਨੀ ਜੀ।
ਸੋ ਇਹ ਸਨ ਸਾਡੇ ਨਾਲ ਕਪੂਰਥਲਾ ਤੋਂ ਕਿਸਾਨ ਸੰਘਰਸ਼ ਮੋਰਚੇ ਦੇ ਆਗੂ ਜਿਨ੍ਹਾਂ ਨੇ ਅੱਜ ਇੱਥੇ ਨਵੀਂ ਦਾਣਾ ਮੰਡੀ ਤੋਂ ਜੋ ਟਰੈਕਟਰ ਮਾਰਚ ਸ਼ੁਰੂ ਕਰਕੇ ਸ਼ਹਿਰ ਦੇ ਵੱਖ-ਵੱਖ ਹਿੱਸੇ ਤਾਣੀ ਕਰ ਸ਼ੁਰੂ ਕਰਕੇ ਇੱਥੇ ਫਿਰ ਦੁਬਾਰਾ ਖਤਮ ਕੀਤਾ ਨੇ। ਇਹਨਾਂ ਦੀ ਹਾਲੇ ਵੀ ਉਹੀ ਮੰਗਾਂ ਨੇ ਕਿ ਜਿਹੜੀਆਂ ਸੰਯੁਕਤ ਮੋਰਚੇ ਵੱਲੋਂ ਜਿਹੜੀਆਂ ਮੰਗਾਂ ਉੱਥੋਂ ਦਿੱਲੀ ਬਾਰਡਰ ਤੋਂ ਲਾਗੂ ਕੀਤੀਆਂ ਗਈਆਂ ਨੇ ਕਿ ਜਿਹੜੇ ਬਿੱਲ ਵਾ ਉਹ ਜਿੰਨਾ ਚਿਰ ਮਾਫ ਨਹੀਂ ਹੁੰਦੇ ਇਹ ਸੰਘਰਸ਼ ਇਸੇ ਤਰ੍ਹਾਂ ਹੀ ਚੱਲਦੇ ਰਹਿਣਗੇ। ਇਸ ਦੇ ਨਾਲ ਹੀ ਮੈਂ ਬਰਿੰਦਰ, ਕਪੂਰਥਲਾ ਨਿਊਜ਼, ਕੈਮਰਾਮੈਨ ਬੋਬੀ ਹੰਸ ਦੇ ਨਾਲ।